गुड इवनिंग गाइस। ਅੱਜ ਆਪਾਂ ਕਰਨ ਜਾ ਰਹੇ ਹਾਂ ਟੂ ਡਾਇਮੈਂਸ਼ਨ ਜਿਓਮੈਟਰੀ ਦਾ ਡੇ 2। ਪਹਿਲਾਂ ਆਪਾਂ ਕੁਝ ਗੱਲਾਂ ਕਰ ਲਈਆਂ ਸੀ 2D ਬਾਰੇ, ਜਿਵੇਂ ਕਿ ਬੇਸਿਕਸ ਜਾਂ ਕਨਸੈਪਟ ਆਪਾਂ ਕੱਲ ਖਤਮ ਕੀਤਾ ਸੀ। ਅੱਜ ਕੁਝ ਜਿਹੜਾ ਆਪਣਾ ਹੋਰ ਕਨਸੈਪਟ ਰਹਿ ਗਿਆ 2D ਬਾਰੇ, ਉਹਨੂੰ ਆਪਾਂ ਦੇਖਦੇ ਹਾਂ। ਠੀਕ ਹੈ, ਅਗਰ ਤੁਸੀਂ ਕੱਲ ਵਾਲੀ ਕਲਾਸ ਨਹੀਂ ਦੇਖੀ ਤਾਂ ਪਲੀਜ਼ ਜ਼ਰੂਰ ਦੇਖ ਲਿਆ ਜੇ ਕੱਲ ਵਾਲੀ ਕਲਾਸ। ਠੀਕ ਹੈ ਜੀ, ਕੱਲ ਆਪਾਂ ਸਾਰਾ MCQs ਵੀ ਕੀਤੇ ਸੀਗੇ ਤੇ ਕਨਸੈਪਟ ਵੀ ਕੀਤੇ ਸੀ ਤੇ ਕੁਝ ਟ੍ਰਿਕਸ ਵੀ ਕੀਤੀਆਂ ਸੀ, ਜਿਵੇਂ ਕਿ ਆਪਣਾ ਕੰਮ ਇੱਥੋਂ ਤੱਕ ਹੋ ਗਿਆ ਸੀਗਾ। ਅੱਜ ਆਪਾਂ ਸ਼ੁਰੂਆਤ ਕਰ ਰਹੇ ਜਾ ਰਹੇ ਹਾਂ ਸਟੇਟ ਲਾਈਨ ਪੈਰਲਲ ਟੂ ਏ ਗਿਵਨ ਸਟੇਟ ਲਾਈਨ। ਠੀਕ ਹੈ ਜੀ, ਅਗਰ ਆਪਾਂ ਨੂੰ ਕੁਐਸਚਨ ਆਉਂਦਾ ਹੈ ਇਸ ਤਰੀਕੇ ਦਾ ਕਿ ਕੋਈ ਸਟੇਟ ਲਾਈਨ ਦਿੱਤੀ ਹੋਈ ਹੈ ਤੇ ਆਪਾਂ ਨੂੰ ਕਹਿ ਦਿੰਦਾ ਹੈ ਕਿ ਆਪਾਂ ਇੱਕ ਹੋਰ ਇਕੁਏਸ਼ਨ ਫਾਈਂਡ ਕਰਨੀ ਹੈ ਜੋ ਕਿ ਉਸ ਤੇ ਪੈਰਲਲ ਹੋ। ਠੀਕ ਹੈ ਜੀ, ਤਾਂ ਫਿਰ ਕਿਵੇਂ ਕਰਾਂਗੇ ਆਪਾਂ ਇਹਨੂੰ ਫਾਈਂਡ। ਮੰਨ ਲਓ ਆਪਾਂ ਨੂੰ ਕੋਈ ਇਕੁਏਸ਼ਨ ਦਿੱਤੀ ਹੈ ax plus by plus c is equal to g। ਆਹ ਵਾਲੀ ਆਪਾਂ ਨੂੰ ਇਕੁਏਸ਼ਨ ਦਿੱਤੀ ਹੋਈ ਹੈ। ਠੀਕ ਹੈ ਜੀ, ਤਾਂ ਇਹਦੇ ਵਿੱਚ ਆਪਣੇ ਕੋਲ ਆਪਾਂ ਨੂੰ ਪਤਾ ਹੀ ਹੈ ਸਲੋਪ ਕੀ ਹੋਏਗੀ। ਸਲੋਪ ਹੋਏਗੀ ਨੈਗੇਟਿਵ ਆਫ ਕੋਫੀਸ਼ੀਐਂਟ ਆਫ x, ਯਾਨੀ ਕਿ a ਕੋਫੀਸ਼ੀਐਂਟ ਆਫ y ਯਾਨੀ ਕਿ b। ਆਪਣੇ ਕੋਲ ਆ ਜਾਏਗੀ ਸਲੋਪ। ਠੀਕ ਹੈ ਜੀ, ਆਪਣੇ ਕੋਲ ਸਲੋਪ ਆ ਜਾਏਗੀ। ਤਾਂ ਫਿਰ ਆਪਾਂ ਨੈਕਸਟ ਇਕੁਏਸ਼ਨ ਕਿਵੇਂ ਫਾਈਂਡ ਕਰਾਂਗੇ। ਜਿਹੜੀ ਇਹਦੇ ਪੈਰਲਲ ਹੋਏਗੀ ਉਹ ਹੋ ਜਾਏਗੀ ਆਪਣੇ ਕੋਲ y is equal to ਸਲੋਪ m ਕਿੰਨੀ ਮਾਈਨਸ a/b x plus c। ਠੀਕ ਹੈ ਜੀ, ਤਾਂ ਹੁਣ ਆਪਾਂ ਇੱਥੋਂ ਫਾਈਂਡ ਕਰ ਲਵਾਂਗੇ ਕਿ ਇਹ ਹੋ ਜਾਏਗਾ ਆਪਣੇ ਕੋਲ by ਮਾਈਨਸ ax ਪਲੱਸ bc। ਇਹ ਵਾਲੀ ਹੋ ਜਾਏਗੀ, ਤਾਂ ਇਹਨੂੰ ਆਪਾਂ ਇੱਧਰ ਲੈ ਜਾਵਾਂਗੇ। ਇਹ ਹੋ ਜਾਏਗੀ ax ਪਲੱਸ by ਮਾਈਨਸ bc। ਤਾਂ ਇਸ ਜਿਹੜਾ bc ਹੈ ਇਹਨੂੰ ਆਪਾਂ ਕੀ ਦੇ ਦਾਂਗੇ, ਕੋਈ ਉਹਦਾ ਨਾਮ ਦੇ ਦਾਂਗੇ k। ਇਹਨੂੰ k ਬੋਲ ਦੋ ਤਾਂ ax ਪਲੱਸ by ਪਲੱਸ k। ਦੇਖੋ ਤੁਹਾਨੂੰ ਆਹ ਇਕੁਏਸ਼ਨਾਂ ਦੋਨੋਂ ਦੇਖਣ 'ਚ ਸਿਮੀਲਰ ਲੱਗ ਰਹੀਆਂ, ਤਾਂ ਹਾਂਜੀ ਇਹ ਸਿਮੀਲਰ ਹੀ ਨੇ ਕਿ ਪੈਰਲਲ ਇਕੁਏਸ਼ਨ ਲਾਈਨਸ ਉਹੀ ਹੁੰਦੀਆਂ ਨੇ ਨਾ ਜਿਨ੍ਹਾਂ ਦੇ x ਤੇ y ਦੇ ਕੋਐਫੀਸ਼ੀਐਂਟ ਕੀ ਹੋਣ, ਸੇਮ ਹੋਣ, ਬਟ ਉਹਨਾਂ ਵਿੱਚ ਡਿਫਰ ਹੋਏਗਾ ਇਕੱਲਾ ਕੌਂਸਟੈਂਟ ਦਾ। ਇਹਦੇ ਵਿੱਚ ਕੌਂਸਟੈਂਟ c ਸੀ, ਇਹਦੇ ਵਿੱਚ ਕੌਂਸਟੈਂਟ k ਹੈ। ਤਾਂ ਜਿਹੜੀ ਪੈਰਲਲ ਲਾਈਨ ਹੋਏਗੀ ਉਹ ਸਿਰਫ ਕੌਂਸਟੈਂਟ ਨਾਲ ਡਿਫਰ ਹੋਏਗੀ, ਜਿਹੜੇ ਉਹਨਾਂ ਦੇ x y ਦੇ ਕੋਐਫੀਸ਼ੀਐਂਟ ਹੋਣਗੇ ਉਹ ਬਿਲਕੁਲ ਸੇਮ ਹੋਣਗੇ। ਤਾਂ ਆਪਾਂ ਇਦਾਂ ਇਕੁਏਸ਼ਨ ਫਾਈਂਡ ਕਰ ਸਕਦੇ ਹਾਂ ਅਗਰ ਕੋਈ ਆਪਾਂ ਨੂੰ ਪੈਰਲਲ ਲਾਈਨ ਦੇ ਇਕੁਏਸ਼ਨ ਫਾਈਂਡ ਕਰਦੇ। ਠੀਕ ਹੈ ਜੀ, ਤੇ ਫਿਰ ਅਗਰ ਕੋਈ ਦੋ ਲਾਈਨਾਂ ਪੈਰਲਲ ਨੇ ਤਾਂ ਉਹਨਾਂ ਦੇ ਸਲੋਪ ਕੀ ਹੋਣਗੇ, ਇਕੁਅਲ ਹੋਣਗੇ। ਆਪਾਂ ਕੱਲ ਵੀ ਗੱਲ ਕੀਤੀ ਸੀ m1 is equal to m2। ਸਲੋਪ ਦੋਨੋਂ ਲਾਈਨ ਦੇ ਪੈਰਲਲ ਹੋਣਗੇ, ਇਕੁਅਲ ਹੋਣਗੇ। ਅਗਰ ਦੋ ਲਾਈਨ ਪੈਰਲਲ ਦੇਖੋ, ਇਹਦਾ ਸਲੋਪ ਵੀ ਕੀ ਆਏਗਾ ਮਾਈਨਸ a/b, ਇਹਦਾ ਸਲੋਪ ਵੀ ਕੀ ਆਏਗਾ ਮਾਈਨਸ a/b ਆਏਗਾ। ਠੀਕ ਹੈ ਜੀ, ਇਦਾਂ ਆਪਾਂ ਇਕੁਏਸ਼ਨ ਫਾਈਂਡ ਕਰ ਸਕਦੇ। ਚਲਿਏ ਅੱਗੇ, ਤਾਂ ਹੁਣ ਗੱਲ ਕਰਦੇ ਆਪਾਂ ਸਟੇਟ ਲਾਈਨ ਪਰਪੈਂਡੀਕੂਲਰ ਟੂ ਏ ਗਿਵਨ ਸਟੇਟ ਲਾਈਨ। ਅਗਰ ਆਪਾਂ ਨੂੰ ਕੋਈ ਲਾਈਨ ਦੇ ਰੱਖੀ ਹੈ ਉਹਦੇ ਪਰਪੈਂਡੀਕੂਲਰ ਲਾਈਨ ਦੀ ਆਪਾਂ ਇਕੁਏਸ਼ਨ ਫਾਈਂਡ ਕਰਨੀ ਹੋ ਤਾਂ ਉਹੀ ਇਕੁਏਸ਼ਨ ਲੈ ਲਓ ax ਪਲੱਸ by ਪਲੱਸ c। ਆਪਣੇ ਕੋਲ ਇਕੁਏਸ਼ਨ ਹੈ ਕੋਈ। ਠੀਕ ਹੈ ਜੀ, ਤਾਂ ਹੁਣ ਇਹਦਾ ਸਲੋਪ ਫਾਈਂਡ ਕਰੋ। ਇਹਦਾ ਸਲੋਪ ਕੀ ਆਏਗਾ, ਨੈਗੇਟਿਵ ਆਫ ਕੋਫੀਸ਼ੀਐਂਟ ਆਫ x ਅਪੋਨ ਕੋਫੀਸ਼ੀਐਂਟ ਆਫ y। ਠੀਕ ਹੈ ਜੀ, ਆ ਗਿਆ। ਬਟ ਆਪਾਂ ਨੂੰ ਪਤਾ ਹੈ ਇਹਦਾ ਸਲੋਪ ਕਿਹਦੀ ਹੈ, ਟੈਂਜੈਂਟ ਦੀ। ਇਹ ਸਲੋਪ ਆਫ ਕੀ ਹੈ, ਟੈਂਜੈਂਟ। ਆਪਾਂ ਕੀ ਇਕੁਏਸ਼ਨ ਫਾਈਂਡ ਕਰਨੀ ਹੈ, ਆਪਾਂ ਇਕੁਏਸ਼ਨ ਫਾਈਂਡ ਕਰਨੀ ਹੈ ਪਰਪੈਂਡੀਕੂਲਰ ਦੀ, ਯਾਨੀ ਕਿ ਆਪਾਂ ਨੂੰ ਫਾਈਂਡ ਕਰਨੀ ਪਏਗੀ ਸਲੋਪ ਆਫ ਨਾਰਮਲ। ਸਲੋਪ ਆਫ ਨਾਰਮਲ ਕਿੰਨੀ ਆ ਜਾਏਗੀ, ਸਲੋਪ ਆਫ ਨਾਰਮਲ ਕੀ ਹੁੰਦੀ ਹੈ, ਨੈਗੇਟਿਵ ਆਫ ਇਹਦਾ ਉਲਟਾ ਮਾਈਨਸ by a, ਯਾਨੀ ਕਿ by। ਇਦਾਂ ਹੁੰਦਾ ਕਿਉਂ ਹੈ, ਇਦਾਂ ਆਪਣੇ ਕੋਲ ਇਸ ਕਰਕੇ ਹੁੰਦਾ ਹੈ ਕਿ ਅਗਰ ਦੋ ਲਾਈਨਾਂ ਪਰਪੈਂਡੀਕੂਲਰ ਹੋਣ ਤਾਂ ਉਹਨਾਂ ਦੇ ਸਲੋਪ ਦੀ ਪ੍ਰੋਡਕਟਸ ਇਹਦੇ ਕੋਲ ਹੁੰਦੀ ਹੈ -1 ਦੇ ਕੋਲ। ਇਹ ਵੈਰੀ ਇੰਪੋਰਟੈਂਟ ਕੰਸੈਪਟ ਹੈ ਕਿ ਅਗਰ ਦੋ ਲਾਈਨਸ ਪਰਪੈਂਡੀਕੂਲਰ ਹੋਣ ਤਾਂ ਉਹਨਾਂ ਦੇ ਸਲੋਪ ਦੀ ਪ੍ਰੋਡਕਟ ਕਿਹਦੇ ਕੋਲ ਹੁੰਦੀ ਹੈ, -1 ਦੇ ਕੋਲ ਹੁੰਦੀ ਹੈ। ਤਾਂ ਆਪਾਂ ਨੂੰ ਇੱਕ ਸਲੋਪ ਪਤਾ ਹੈ ਤਾਂ ਦੂਜੀ ਸਲੋਪ ਉਸ
ਸਲੋਪ ਦਾ ਨੈਗੇਟਿਵ ਕਰਕੇ ਆ ਜਾਵੇਗੀ ਤਾਂ ਉਸ ਤਰ੍ਹਾਂ ਹੀ ਆਪਾਂ ਨਾਰਮਲ ਦੀ ਸਲੋਪ ਫਾਈਂਡ ਕਰ ਲੈਤੀ। ਹੁਣ ਇਕੁਏਸ਼ਨ ਦੇ ਵਿੱਚ ਇਹਨੂੰ ਪੁੱਟ ਕਰ ਦਾਂਗੇ। ਇਕੁਏਸ਼ਨ ਆਪਣੇ ਕੋਲ ਕੀ ਹੁੰਦੀ ਹੈ y mx c। ਇਹ ਪੁੱਟ ਕਰ ਦੋ y m ਕਿੰਨਾ ਆ ਗਿਆ ਆਪਣੇ ਕੋਲ ਸਲੋਪ ਆ ਗਈ by x c ਤਾਂ ਇਹ ਆਪਣੇ ਕੋਲ ਹੋ ਗਿਆ a by bx ca। ਠੀਕ ਹੈ ਜੀ, ਇਹਨੂੰ ਸੈੱਟ ਕਰ ਲਓ। ਇਹ ਆਪਣੇ ਕੋਲ ਹੋ ਜਾਏਗਾ bx ay ca। ਠੀਕ ਹੈ ਜੀ, ਤਾਂ ਸੀਏ ਨੂੰ ਤੁਸੀਂ ਕੋਈ ਹੋਰ ਨਾਮ ਦੇ ਸਕਦੇ ਹੋ। ਤਾਂ ਇਹ ਆਪਣੇ ਕੋਲ ਬਣ ਜਾਏਗੀ bx ay k। ਤਾਂ ਇਹ ਆਪਣੇ ਕੋਲ ਆ ਗਈ ਇਕੁਏਸ਼ਨ ਆਫ ਪਰਪੈਂਡੀਕੂਲਰ। ਠੀਕ ਹੈ ਜੀ, ਅਗਰ ਆਪਾਂ ਇਹਦੀ ਸਿੱਧੀ ਜੀ ਟ੍ਰਿਕ ਕਰਨੀ ਹੋਵੇ ਤਾਂ ਟ੍ਰਿਕ ਕੀ ਬਣੇਗੀ? ਹੁਣ ਆਪਾਂ ਗੱਲ ਕਰਦੇ ਹਾਂ ਟ੍ਰਿਕ ਦੀ। ਇਹਦੀ ਟ੍ਰਿਕ ਹੀ ਬਣੇਗੀ, ਦੇਖੋ ਉੱਪਰ ਵਾਲੀ ਇਕੁਏਸ਼ਨ ਕੀ ਸੀ ਆਪਣੇ ਕੋਲ ax by c is equal to 0। ਆ ਵਾਲੀ ਇਕੁਏਸ਼ਨ ਆਪਣੇ ਕੋਲ ਕੀ ਆਈ ਹੈ bx ay k is equal to 0। ਤਾਂ ਦੇਖੋ ਅਗਰ ਪਰਪੈਂਡੀਕੂਲਰ ਦੀ ਆਪਾਂ ਇਕੁਏਸ਼ਨ ਬਣਾਉਣੀ ਹੋਏਗੀ ਤਾਂ ਆਪਾਂ ਕੀ ਕਰਾਂਗੇ, ਇਹਨਾਂ ਦੋਨਾਂ ਦੇ ਕੋਐਫੀਸ਼ੀਐਂਟ ਆਪਸ ਚ ਰਿਲੇਟ ਕਰ ਦਾਂਗੇ, ਇੰਟਰਚੇਂਜ ਕਰ ਦਾਂਗੇ। ਦੇਖੋ b ਕੋਐਫੀਸ਼ੀਐਂਟ ਕਿਹਦੇ ਕੋਲ ਚਲ ਗਿਆ x ਕੋਲ, ਤੇ a ਕਿਹਦੇ ਕੋਲ ਚਲ ਗਿਆ y ਕੋਲ। ਤੇ ਇੱਕ ਕੋਐਫੀਸ਼ੀਐਂਟ ਨੂੰ ਕੀ ਕਰ ਦਾਂਗੇ ਆਪਾਂ ਨੈਗੇਟਿਵ ਕਰ ਦਾਂਗੇ, ਇੱਕ ਸਾਈਨ ਬਦਲ ਦਾਂਗੇ, ਚਾਹੇ ਇਹਦਾ ਬਦਲ ਦੋ ਚਾਹੇ ਇਹਦਾ ਬਦਲ ਦੋ, ਇੱਕ ਸਾਈਨ ਬਦਲ ਦਾਂਗੇ ਤਾਂ ਉਹ ਆਪਣੇ ਕੋਲ ਇਕੁਏਸ਼ਨ ਕਿਹਦੀ ਆ ਜਾਏਗੀ ਪਰਪੈਂਡੀਕੂਲਰ ਦੀ। ਫਿਰ ਆਪਾਂ ਇਦਾਂ ਦੀ ਟ੍ਰਿਕ ਲਗਾਣੀ ਹੋਵੇ ਤਾਂ ਇਸ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ ਆਇਡੈਂਟੀਕਲਸ ਲਾਈਨ ਦੀ। ਆਇਡੈਂਟੀਕਲਸ ਲਾਈਨ ਕੀ ਹੁੰਦੀਆਂ, ਕਿਵੇਂ ਫਾਈਂਡ ਕੀਤੀਆਂ ਜਾਂਦੀਆਂ ਆਇਡੈਂਟੀਕਲ ਲਾਈਨਸ? ਦੇਖੋ ਦੋ ਲਾਈਨ ਨੇ ਆਪਣੇ ਕੋਲ, ਅਗਰ a1x plus b1y plus c1 plus c is equal to 0, a2x plus b2y plus c is equal to 0। ਅਗਰ ਦੋ ਲਾਈਨਸ ਨੇ ਆਪਣੇ ਕੋਲ, ਠੀਕ ਹੈ ਜੀ, ਆ ਲਾਈਨ ਫਸਟ ਹੈ ਆ ਲਾਈਨ ਸੈਕੰਡ ਹੈ, ਤਾਂ ਇਹ ਆਪਾਂ ਚੈੱਕ ਕਰਨੀਆਂ ਨੇ ਕਿ ਇਹ ਲਾਈਨ ਆਇਡੈਂਟੀਕਲਸ ਨੇ ਜਾਂ ਨਹੀਂ ਹੈਗੀਆਂ। ਤਾਂ ਫਿਰ ਆਪਾਂ ਕੀ ਕਰਾਂਗੇ, ਇਹਨਾਂ ਦੇ ਕੋਐਫੀਸ਼ੀਐਂਟ ਕੰਪੇਅਰ ਕਰਾਂਗੇ। a1 upon a2 is equal to b1 upon b2 c1 c1 upon c2 ਤੇ c1 c2 ਵੀ ਆਵਾਸ ਨਾ c1 upon c2 ਅਗਰ ਇਕੁਅਲ ਆ ਜਾਂਦੇ ਨੇ ਤਿੰਨੋਂ ਕੰਡੀਸ਼ਨ ਤਾਂ ਇਹ ਕੀ ਹੋ ਜਾਣਗੀਆਂ ਲਾਈਨਸ ਆਪਣੇ ਕੋਲ ਆਇਡੈਂਟੀਕਲਸ ਹੋ ਜਾਣਗੀਆਂ, ਆਇਡੈਂਟੀਕਲ ਹੋ ਜਾਣ। ਠੀਕ ਹੈ ਜੀ, ਅਗਰ ਇਹਨਾਂ ਦੇ ਵਿੱਚੋਂ ਆਪਣੇ ਕੋਲ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਜੇ a1 upon a2 b1 upon b2 not equal to c1 upon c2 ਤਾਂ ਇਹ ਕੀ ਹੋ ਜਾਣਗੀਆਂ ਲਾਈਨਸ ਆਪਣੇ ਕੋਲ ਪੈਰਲਲ ਹੋ ਜਾਣਗੀਆਂ, ਪੈਰਲਲ ਹੋ ਜਾਣਗੀਆਂ। ਠੀਕ ਹੈ ਜੀ, ਆ ਆਇਡੈਂਟੀਕਲ ਆ ਪੈਰਲਲ। ਕਲੀਅਰ ਹੋ ਗਈ ਗੱਲ? ਅੱਗੇ ਗੱਲ ਕਰਦੇ ਹਾਂ ਕੰਡੀਸ਼ਨ ਆਫ ਕੌਨਕਰੈਂਸੀ, ਕਿ ਆਪਾਂ ਕਿਵੇਂ ਫਾਈਂਡ ਕਰਾਂਗੇ ਕਿ ਕੋਈ ਲਾਈਨ ਹੈ ਜਿਹੜੀਆਂ 3 ਲਾਈਨਸ ਨੇ ਉਹ ਕੌਨਕਰੈਂਟ ਨੇ। ਦੇਖੋ ਆਪਣੇ ਕੋਲ ਅਗਰ 3 ਲਾਈਨਸ ਗਿਵਨ ਨੇ ਕਿਹੜੀਆਂ ਕਿਹੜੀਆਂ, a1x plus b1y plus c1 is equal to 0, a2x plus b2y plus c2 equal to 0, a3x plus b3y plus c3 is equal to 0। ਇਹ ਆਪਣੇ ਕੋਲ ਤਿੰਨੋਂ ਸਟ੍ਰੇਟ ਲਾਈਨ ਗਿਵਨਸ ਨੇ, ਤਾਂ ਆਪਾਂ ਚੈੱਕ ਕਰਨਾ ਹੈ ਕਿ ਇਹ ਸਟ੍ਰੇਟ ਲਾਈਨਸ ਕੀ ਨੇ, ਕੌਨਕਰੈਂਟ ਨੇ ਜਾਂ ਨਹੀਂ। ਤਾਂ ਆਪਾਂ ਇਹਨਾਂ ਨੂੰ ਚੈੱਕ ਕਰਨ ਵਾਸਤੇ ਇਹਨਾਂ ਨੂੰ ਪੁੱਟ ਕਰ ਦੇਵਾਂਗੇ ਡਿਟਰਮੀਨੈਂਟ ਦੇ ਵਿੱਚ, a1 b1 c1 a2 b2 c2 a3 b3 c3। ਅਗਰ ਤਾਂ ਇਹਨਾਂ ਦਾ ਡਿਟਰਮੀਨੈਂਟ ਆ ਗਿਆ 0, ਅਗਰ ਡਿਟਰਮੀਨੈਂਟ ਆ ਗਿਆ 0 ਫਿਰ ਤਾਂ ਇਹ ਕੀ ਲਾਈਨ, ਇਹ ਲਾਈਨਸ ਕੀ ਹੋ ਜਾਣਗੀਆਂ, ਇਹ ਲਾਈਨਸ ਹੋ ਜਾਣਗੀਆਂ ਫਿਰ ਤਾਂ ਕੌਨਕਰੈਂਟ, ਫਿਰ ਹੋ ਜਾਣਗੀਆਂ ਜੀ ਕੌਨਕਰੈਂਟ ਅਗਰ ਡਿਟਰਮੀਨੈਂਟ ਆ ਗਿਆ 0। ਅਗਰ ਡਿਟਰਮੀਨੈਂਟ ਆ ਗਿਆ ਨੋਟ 0 ਫਿਰ ਨਹੀਂ ਹੋਣਗੀਆਂ ਨੇ ਕਨੈਕਟ, ਨੇ ਨੋਟ ਕੌਨਕਰੈਂਟ। ਇਹ ਬਿਲਕੁਲ ਸੇਮ ਕੰਡੀਸ਼ਨ ਹੈਗੀ ਹੈ ਕੋਲੀਨੀਅਰ ਵਾਲੀ। ਕਲੀਅਰ? ਤਾਂ ਇਹ ਆਪਣੇ ਕੋਲ ਸੀਗੀ ਕੌਨਕਰੈਂਸੀ ਦੀ ਕੰਡੀਸ਼ਨ। ਕਈ ਵਾਰ ਆਪਾਂ ਨੂੰ ਕੁਐਸਚਨ ਪੁੱਛਿਆ ਜਾਂਦਾ ਕਿ ਦੱਸੋ ਵੀ ਇਹ ਕੌਨਕਰੈਂਟ ਹੈਗੀਆਂ ਨੇ ਲਾਈਨਸ ਜਾਂ ਨਹੀਂ ਹੈਗੀਆਂ, ਆਪਾਂ ਇਦਾਂ ਫਾਈਂਡ ਕਰਾਂਗੇ, ਇਹਨਾਂ ਨੂੰ ਡਿਟਰਮੀਨੈਂਟ ਦੇ ਵਿੱਚ ਪੁੱਟ ਕਰ ਦਾਂਗੇ। ਅਗਰ ਡਿਟਰਮੀਨੈਂਟ 0 ਆ ਗਿਆ ਤਾਂ ਕੌਨਕਰੈਂਟ, ਅਗਰ ਨਹੀਂ 0 ਆਇਆ ਤਾਂ ਨੋਟ ਕੌਨਕਰੈਂਟ।
ਕਲੀਨੀਅਰ ਦੇ ਕੇਸ ਵਿੱਚ ਵੀ ਐਵੇਂ ਹੁੰਦਾ ਹੈ। ਕਲੀਨੀਅਰ ਦੇ ਵਿੱਚ ਵੀ ਅਗਰ 0 ਆ ਜਾਏ ਤਾਂ ਮੀਨਸ ਕਲੀਨੀਅਰ, ਅਗਰ ਨੋਟ ਇਕੁਅਲ ਟੂ 0 ਆ ਜਾਏ ਤਾਂ ਨॉन ਕਲੀਨੀਅਰ। ਇਹ ਸੇਮ ਕੰਡੀਸ਼ਨ ਇੱਥੇ ਲਾਗੂ ਹੁੰਦੀ। ਓਕੇ ਜੀ। ਹੁਣ ਗੱਲ ਕਰਦੇ ਹਾਂ ਆਪਾਂ ਪਰਪੈਂਡੀਕੂਲਰ ਡਿਸਟੈਂਸ ਆਫ ਦਾ ਪੁਆਇੰਟ ਫਰੋਮ ਲਾਈਨ। ਕੀ ਫਾਈਂਡ ਕਰਨਾ ਆਪਾਂ? ਪਰਪੈਂਡੀਕੂਲਰ ਡਿਸਟੈਂਸ ਫਾਈਂਡ ਕਰਨੀ ਆ ਕਿਸੇ ਵੀ ਪੁਆਇੰਟ ਤੋਂ ਕਿਸੇ ਲਾਈਨ ਦੀ। ਮੰਨ ਲਓ ਆ ਕੋਈ ਲਾਈਨ ਆ, ਠੀਕ ਹੈ ਜੀ। ਆ ਕੋਈ ਲਾਈਨ ਆਪਣੇ ਕੋਲ ਹੈ ax plus by plus c is equal to 0। ਆ ਲਾਈਨ ਆ ਤੇ ਇੱਥੇ ਕੋਈ ਆਪਣੇ ਕੋਲ ਪੁਆਇੰਟ ਪਿਆ x1 y1। ਇਸ ਲਾਈਨ ਦੀ ਇਸ ਪੁਆਇੰਟ ਤੋਂ ਆਪਾਂ ਕੀ ਫਾਈਂਡ ਕਰਨੀ ਆ? ਆ ਵਾਲੀ ਪਰਪੈਂਡੀਕੂਲਰ ਡਿਸਟੈਂਸ ਫਾਈਂਡ ਕਰਨੀ। ਇਹਨੂੰ ਹੀ ਬੋਲਦੇ ਆ ਪਰਪੈਂਡੀਕੂਲਰ ਡਿਸਟੈਂਸ ਆਫ ਦਾ ਪੁਆਇੰਟ ਫਰੋਮ ਲਾਈਨ। ਆ ਕੋਈ ਲਾਈਨ ਆ, ਠੀਕ ਆ, ਆਪਣੇ ਕੋਲ ਕੋਈ ਪੁਆਇੰਟ ਆ ਤਾਂ ਇਸ ਪੁਆਇੰਟ ਤੋਂ ਆਪਾਂ ਜਿਹੜੀ ਆ ਡਿਸਟੈਂਸ ਫਾਈਂਡ ਕਰਾਂਗੇ। ਇਸ ਡਿਸਟੈਂਸ ਨੂੰ ਬੋਲਦੇ ਆ ਪਰਪੈਂਡੀਕੂਲਰ ਡਿਸਟੈਂਸ। ਇਹ ਵੈਰੀ ਇੰਪੋਰਟੈਂਟ ਕਨਸੈਪਟ ਹੈ ਤੇ ਵੈਰੀ ਇੰਪੋਰਟੈਂਟ ਐਮਸੀਕਿਊਜ਼ ਨੇ ਇਸ ਦੇ, ਕਿਉਂਕਿ ਇਦਾਂ ਦਾ ਐਮਸੀਕਿਊ ਆਪਾਂ ਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ ਕਿ ਪਰਪੈਂਡੀਕੂਲਰ ਡਿਸਟੈਂਸ ਫਾਈਂਡ ਕਰੋ। ਇੱਕ ਪੈਰਲਲ ਲਾਈਨ ਦਾ ਆਪਾਂ ਅੱਗੇ ਕਰਾਂਗੇ। ਪੈਰਲਲ ਵਾਲਾ ਇਹ ਆਪਾਂ ਦੇਖਦੇ ਹਾਂ ਇੱਕ ਪੁਆਇੰਟ ਤੇ ਇੱਕ ਲਾਈਨ ਦੀ ਡਿਸਟੈਂਸ ਕਿਵੇਂ ਫਾਈਂਡ ਕਰੀਦੀ ਆ। ਤਾਂ ਮੰਨ ਲਓ ਜੀ ਆ ਕੋਈ ਲਾਈਨ, ਇਹਨੂੰ P ਮੰਨ ਲਓ, Q ਮੰਨ ਲਓ, ਤਾਂ ਯਾਨੀ ਕਿ PQ ਡਿਸਟੈਂਸ ਆਪਾਂ ਫਾਈਂਡ ਕਰਨੀ ਆ। ਹੁਣ ਲਾਈਨ ਤੋਂ ਫਾਈਂਡ ਕਰਨੀ ਆ ਤਾਂ ਇਹ ਆ ਜਾਏਗਾ ਮੋਡ ਆਫ ਇਸ ਲਾਈਨ ਦੇ ਵਿੱਚ ਆ ਪੁਆਇੰਟ ਨੂੰ ਕੀ ਕਰ ਦਾਂਗੇ ਆਪਾਂ? ਫਿਲ ਕਰ ਦਾਂਗੇ ax1 plus by1 plus c ਅਪੋਨ ਵਿੱਚ ਆ ਜਾਏਗਾ ਰੂਟ ਆਫ a ਸਕੁਅਰ ਪਲੱਸ b ਸਕੁਅਰ, ਯਾਨੀ ਕਿ ਇਸ ਲਾਈਨ ਦਾ ਮੈਗਨੀਟਿਊਡ a ਸਕੁਅਰ ਪਲੱਸ b ਸਕੁਅਰ ਤੇ ਉੱਪਰ ਆ ਪੁਆਇੰਟ ਫਿਲ ਕਰਦਾ। ਇਹ ਹੁੰਦਾ ਜੀ ਆਪਣੇ ਕੋਲ ਪਰਪੈਂਡੀਕੂਲਰ ਡਿਸਟੈਂਸ ਦਾ ਫਾਰਮੂਲਾ। ਇੰਪੋਰਟੈਂਟ ਕਨਸੈਪਟ ਹੈ। ਇਹਦੇ ਉੱਤੇ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਅਗਰ ਆਪਣੇ ਕੋਲ ਕੋਈ ਲਾਈਨ ਹੈ, ਇੱਕ ਆਪਣੇ ਕੋਲ ਕੋਈ ਪੁਆਇੰਟ ਆ, ਤਾਂ ਇਹ ਪਰਪੈਂਡੀਕੂਲਰ ਡਿਸਟੈਂਸ ਫਾਈਂਡ ਕਰੋ। ਇਸ ਲਾਈਨ ਤੋਂ ਇਸ ਪੁਆਇੰਟ ਦੀ ਡਿਸਟੈਂਸ ਨੇ ਕਿ ਆਹ ਵਾਲੀ ਡਿਸਟੈਂਸ ਆਪਾਂ ਫਾਈਂਡ ਕਰਨੀ ਹੁੰਦੀ ਹੈ। ਤਾਂ ਆਪਾਂ ਕੀ ਕਰਾਂਗੇ? ਆਹ ਵਾਲੇ ਪੁਆਇੰਟ ਨੂੰ, ਜਿਹੜਾ ਇੱਥੇ ਆਪਣੇ ਕੋਲ ਪੁਆਇੰਟ ਹੋਏਗਾ, ਉਹਨੂੰ ਇਸ ਲਾਈਨ ਦੇ ਵਿੱਚ ਫਿਲ ਕਰ ਦਾਂਗੇ ਤੇ ਨੀਚੇ ਲੈ ਲਾਂਗੇ ਮੈਗਨੀਟਿਊਡ ਕਿ a ਸਕੁਅਰ ਪਲੱਸ b ਸਕੁਅਰ ਦਾ ਰੂਟ। ਕਲੀਅਰ ਜੀ। ਜਿਹਦਾ ਆਪਣੇ ਕੋਲ MCQ ਆਏਗਾ ਤਾਂ ਉਦੋਂ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗੀ ਆਪਣੇ ਕੋਲ। ਹੁਣ ਗੱਲ ਕਰਦੇ ਹਾਂ ਡਿਸਟੈਂਸ ਬਿਟਵੀਨ ਟੂ ਪੈਰਲਲ ਲਾਈਨ। ਹੁਣ ਕਿਹਦੇ ਵਿੱਚ ਡਿਸਟੈਂਸ ਫਾਈਂਡ ਕਰਨੀ ਆ? ਬਿਟਵੀਨ ਟੂ ਪੈਰਲਲ ਲਾਈਨ ਦੇ ਵਿੱਚ। ਉਹ ਕਿਵੇਂ ਫਾਈਂਡ ਕਰਾਂਗੇ ਜੀ ਆਪਾਂ ਡਿਸਟੈਂਸ ਬਿਟਵੀਨ ਟੂ ਪੈਰਲਲ ਲਾਈਨ? ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੈਰਲਲ ਲਾਈਨ ਕੀ ਹੁੰਦੀਆਂ ਨੇ। ਪੈਰਲਲ ਲਾਈਨ ਕੀ ਹੁੰਦੀਆਂ ਨੇ ਜੀ? ਦੇਖੋ ਆਹ ਵਾਲੀਆਂ ਲਾਈਨਸ ਹੁੰਦੀਆਂ ਨੇ ਪੈਰਲਲ। ਦੇਖੋ ਪੈਰਲਲ ਲਾਈਨ ਦੇ ਵਿੱਚ ਆਪਾਂ ਇੱਕ ਹੋਰ ਗੱਲ ਜਾਣਦੇ ਹਾਂ ਕਿ ax plus by plus c1 is equal to 0। ਕਿ ਪੈਰਲਲ ਲਾਈਨ ਦੇ ਵਿੱਚ x ਤੇ y ਦੇ ਕੋਫੀਸ਼ੀਐਂਟ ਤਾਂ ਸੇਮ ਰਹਿਣਗੇ, ax plus by plus c2। ਡਿਫਰ ਕਿਹਦੇ ਨਾਲ ਹੋਣਗੀਆਂ? ਉਹ ਸਿਰਫ ਕਨਸਟੈਂਟ ਨਾਲ ਡਿਫਰ ਹੋਣਗੀਆਂ। ਆਪਾਂ ਪਿੱਛੇ ਵੀ ਗੱਲ ਕਰਕੇ ਆਏ ਹਾਂ ਕਿ ਜਿਹੜੀਆਂ ਪੈਰਲਲ ਲਾਈਨ ਹੋਣਗੀਆਂ ਉਹ ਸਿਰਫ ਕਨਸਟੈਂਟ ਨਾਲ ਡਿਫਰ ਹੋਣਗੀਆਂ ਔਰ x ਤੇ y ਦੇ ਕੋਫੀਸ਼ੀਐਂਟ ਕੀ ਹੋਣਗੇ? ਆਪਣੇ ਕੋਲ ਸੇਮ ਹੋਣਗੇ। ਤਾਂ ਦੋ ਪੈਰਲਲ ਲਾਈਨ ਨੇ, ਇਹਨਾਂ ਦੇ ਵਿਚਕਾਰਲੀ ਜਿਹੜੀ ਡਿਸਟੈਂਸ ਹੈ ਇਹਨੂੰ ਆਪਾਂ ਬੋਲਦੇ ਹਾਂ ਪਰਪੈਂਡੀਕੂਲਰ ਡਿਸਟੈਂਸ ਬਿਟਵੀਨ ਟੂ ਪੈਰਲਲ ਲਾਈਨ। ਕੀ ਆਪਾਂ ਫਾਈਂਡ ਕਰਨੀ ਆ ਪਰਪੈਂਡੀਕੂਲਰ ਡਿਸਟੈਂਸ? ਤਾਂ ਇਹਦਾ ਫਾਰਮੂਲਾ ਕੀ ਹੋ ਜਾਏਗਾ? ਡਿਸਟੈਂਸ ਦਾ ਫਾਰਮੂਲਾ ਇਸ ਦਾ ਉਹ ਆਪਣੇ ਕੋਲ ਹੋ ਜਾਏਗਾ ਮੋਡ ਆਫ c1 यानी कि पहला कांस्टेंट माइनस c2 दूसरा कांस्टेंट डिवाइड बाय में रूट ऑफ a स्क्वायर प्लस b स्क्वायर। वेरी सिंपल। बस इदा आप फाइंड कर लांगे परपेंडिकुलर डिस्टेंस बिटवीन टू पैरेलल लाइन। अगर सिंपल लाइन फाइंड करनी है तो भी आप कर चुके हैं, अगर पैरेलल लाइन के फाइंड करनी है वो भी आप कर चुके हैं। ठीक है जी। इदा आप फाइंड कर सकते हैं डिस्टेंस बिटवीन टू पैरेलल। ਆਪਾਂ ਨੂੰ ਇਹਦੇ ਲਈ ਕਨਸੈਪਟ ਪਤਾ ਹੋਣਾ ਚਾਹੀਦਾ ਪੈਰਲਲ ਲਾਈਨ ਦਾ ਵੀ। ਪੈਰਲਲ ਲਾਈਨਸ ਕੀ ਹੁੰਦੀਆਂ ਨੇ? ਪੈਰਲਲ ਲਾਈਨਸ ਓਨਲੀ ਡਿਫਰੈਂਸ ਕਿਹਦੇ ਨਾਲ ਡਿਫਰੈਂਟ ਹੁੰਦੀਆਂ ਨੇ? ਕਨਸਟੈਂਟ ਨਾਲ। ਕਨਸਟੈਂਟ ਦਾ ਹੀ ਫਰਕ ਹੁੰਦਾ ਹੈ। x ਤੇ y ਦੇ ਕੋਐਫੀਸ਼ੀਐਂਟ ਹਮੇਸ਼ਾ ਕੀ ਰਹਿੰਦੇ ਨੇ? ਸੇਮ ਰਹਿੰਦੇ। ਠੀਕ ਹੈ, ਕਨਸਟੈਂਟ ਡਿਫਰ ਤੇ x y ਦੇ ਕੋਐਫੀਸ਼ੀਐਂਟ ਸੇਮ। ਠੀਕ ਹੈ, ਉਹ ਪੈਰਲਲ ਲਾਈਨ ਹੁੰਦੀਆਂ ਤੇ ਇਹਨਾਂ ਦਾ ਡਿਸਟੈਂਸ ਆਪਾਂ ਇਦਾਂ फाइंड कर सकते हैं c1 माइनस c2 का मैग्नीट्यूड सॉरी मोड ते डिवाइड बाय में रूट ऑफ a स्क्वायर प्लस b स्क्वायर इस दा स्क्वायर प्लस इस दा चाहे इहदा ले लो तो एक ही गल है क्योंकि दोनों सेम है। फिर आप गल करते हैं इक्वेशन ऑफ y सेक्टर। इक्वेशन ऑफ y सेक्टर कितना फाइंड करांगे जी? ये कोई ज़्यादा
मतलब इंपोर्टेंट कंसैप्ट नहीं हैगा, बट फिर भी अगर अपनी टूर ਦੇ ਵਿੱਚ ਆਉਂਦਾ ਤੁਹਾਨੂੰ ਕਰਨਾ ਜ਼ਰੂਰੀ ਹੈ। ਬਟ ਇਹਦੇ ਬੇਸ ਤੇ ਲਗਭਗ ਕੁਐਸਚਨ ਘੱਟ ਹੀ ਦੇਖਣ ਨੂੰ ਮਿਲਦਾ, ਪਰ ਫਿਰ ਵੀ ਆਪਾਂ ਕਰ ਲੈਂਦੇ ਹਾਂ ਇੱਕ ਵਾਰ। ਅਗਰ ਦੋ ਲਾਈਨਸ ਨੇ ਆਪਣੇ ਕੋਲ a1x plus b1y plus c1 is equal to 0, ਇੱਕ ਹੋਰ ਲਾਈਨ ਆਪਣੇ ਕੋਲ a2x plus b2y plus c2। ਇਹਨਾਂ ਦੀ ਇਕੁਏਸ਼ਨ ਆਫ ਵਾਈ ਸੈਕਟਰ ਫਾਈਂਡ ਕਰਨੀ ਹੈ ਆਪਾਂ ਜੀ। ਇਕੁਏਸ਼ਨ ਆਫ ਵਾਈ ਸੈਕਟਰ ਤਾਂ ਕਿੱਦਾਂ ਫਾਈਂਡ ਕਰਾਂਗੇ ਇਕੁਏਸ਼ਨ ਆਫ ਵਾਈ ਸੈਕਟਰ? ਉਹਦਾ ਫਾਰਮੂਲਾ ਆਪਣੇ ਕੋਲ ਹੁੰਦਾ ਹੈ a1x plus b1y plus c1 रूट डिवाइड कर देंगे रूट ऑफ a1 स्केयर प्लस b1 स्केयर। ठीक है, इधर टाइम नहीं आ जाएगा। फिर इक्वल ਦੇ ਵਿੱਚ ਆ ਜਾਏਗਾ प्लस माइनस, इक्वल आ जाएगा प्लस माइनस a2x plus b2y plus c2 अपॉन रूट ऑफ a2 स्केयर प्लस b2 स्केयर। ये होंगी है जी अपने कोल इक्वेशन ऑफ वाई सैक्टर। ठीक है जी, प्लस एंड माइनस अकॉर्डिंग टू वाई सैक्टर आते हैं कि जो अपने को एंगल होंगे ऑबट्यूज है या अक्यूट है, उस अकॉर्डिंग अपने को आ जाता है प्लस माइनस आ जाता है। बाकी आ ਇਹਦਾ तरीका होंगे फाइंड करने का, सिंपल बस आ लाइन लवांगे, ये नीचे a1 स्केयर प्लस b1 स्केयर का रूट कर देंगे, तो सैकेंड लाइन इक्वल च लै जाएंगे, नीचे a2 स्केयर प्लस b2 स्केयर का रूट कर देंगे, तो नाल लगा देवांगे प्लस माइनस। ठीक है जी, फिर आप गल करते हैं सेंट्रोइड ऑफ ट्रायंगल। सेंट्रोइड की होंगे किसी भी ट्रायंगल, किद्दां फाइंड करते हैं सेंट्रोइड में? आप कल गल की थी सेंट्रोइड की, एक क्वेश्चन किया, देखो अपने को अगला ट्रायंगल आ x1 y1 पॉइंट ने दे इत्थे, x2 y2 x3 y3। ठीक है जी, ਇੱਥੇ ਆਪਣੇ ਕੋਲ ਹੁੰਦਾ ਸੈਂਟਰਡ, ਇੱਥੇ ਕਿਤੇ ਹੁੰਦਾ ਜੀ ਸੈਂਟਰਡ। ਇਹਨੂੰ ਆਪਾਂ ਜੀ ਨਾਲ ਡਿਨੋਟ ਕਰਦੇ ਹਾਂ, ਜੀ ਨਾਲ ਡਿਨੋਟ ਕਰਿਆ ਜਾਂਦਾ ਸੈਂਟਰਡ ਨੂੰ। ਇਹਨੂੰ ਫਾਈਂਡ ਕਿਵੇਂ ਕਰਾਂਗੇ ਆਪਾਂ? आई थिंक सब ਨੂੰ ਆਉਂਦਾ ਹੀ ਹੋਣਾ ਇਹ ਸੈਂਟਰੋਇਡ फाइंड करना। तो ये अपने को ਹੁੰਦਾ जी ਇਹਨੂੰ फाइंड करने का तरीका ਸੈਂਟਰੋਇਡ ਦਾ, ਉਹ ਹੁੰਦਾ ਆਪਣੇ ਕੋਲ x1 plus x2 plus x3 डिवाइड बाय 3, फिर y1 plus y2 plus y3 डिवाइड बाय 3। ਤਾਂ ਇਹਨੂੰ ਬੋਲਿਆ ਜਾਂਦਾ ਜੀ ਸੈਂਟਰੋਇਡ। सिंपल गल कि तिने साइड्स दे एक्स कोफिशिएंट जोड़ देंगे, उन्होंने डिवाइड कर देंगे 3 नाल, ते वाई कोफिशिएंट जोड़ देंगे तीनों, उन्होंने भी डिवाइड कर देंगे 3 नाल, तो वो अपने कोल आ जाएगा सेंट्रोइड। तो इनू एक सेंटर ऑफ ग्रेविटी भी बोल देंगे आप कि सेंटर ऑफ ग्रेविटी, इनू सेंटर ऑफ ग्रेविटी भी बोलिया जाता है, सेंट्रोइड या सेंटर ऑफ ग्रेविटी। ठीक है जी, हम गल करते हैं आप इन सेंटर ऑफ ट्रायंगल, इन सेंटर किवें फाइंड किया जाता है? अगर अपने को ट्रायंगल है ए बी सी कोई ट्रायंगल है, इत्थे अपने को है x1 y1 पॉइंट, इत्थे अपने को x2 y2 पॉइंट, इत्थे अपने को है x3 y3 पॉइंट। ठीक है जी, ਜਿਹੜਾ ਸੈਂਟਰ ਇਨ ਸੈਂਟਰ ਹੁੰਦਾ ਇਹ ਆਪਣੇ ਕੋਲ ਐਂਗਲ ਵਾਈ ਸੈਕਟਰ ਹੁੰਦਾ ਜੀ। ਕਾ ਐਂਗਲ ਹੋ ਗਿਆ, ਇੱਕ ਆ ਐਂਗਲ ਹੋ ਗਿਆ, ਇੱਕ ਆ ਐਂਗਲ ਹੋ ਗਿਆ, ਤਾਂ ਇਹ ਐਂਗਲਸ ਨੂੰ ਵਾਈ ਸੈਕਟਰ ਕਰਦਾ ਹੈ। ਤੇ ਇਸ ਲਾਈਨ ਨੂੰ ਆ ਬਾਈਸੈਕਟ ਕਰਦਾ ਹੈ, ਇਸ ਐਂਗਲ ਨੂੰ ਆ ਲਾਈਨ ਬਾਈਸੈਕਟ ਕਰਦਾ। ਤਾਂ ਜਿੱਥੇ ਮਿਲਦੇ ਨੇ ਇਹਨੂੰ ਬੋਲਿਆ ਜਾਂਦਾ ਇਨ ਸੈਂਟਰ। ਐਂਗਲ ਨੂੰ ਬਾਈਸੈਕਟ ਕਰਕੇ ਜਿੱਥੇ ਪੁਆਇੰਟ ਮਿਲਦੇ ਨੇ ਉਹਨੂੰ ਬੋਲਦੇ ਆਪਾਂ ਇਨ ਸੈਂਟਰ। ਠੀਕ ਹੈ ਜੀ, ਤਾਂ ਇਹਨੂੰ ਫਾਈਂਡ ਕਰਨ ਦਾ ਤਰੀਕਾ ਕੀ ਹੈ? ਦੇਖੋ ਆ ਏਵੀ ਦੇ ਵਿਚਕਾਰ ਡਿਸਟੈਂਸ ਕੱਢ ਲਾਂਗੇ ਆਪਾਂ, ਆ ਏਵੀ ਦੇ ਵਿਚਕਾਰ ਆ, ਇਹਦੇ ਵਿੱਚ ਆਪਾਂ ਡਿਸਟੈਂਸ ਫਾਰਮੂਲਾ ਲਾ ਕੇ ਡਿਸਟੈਂਸ ਕੱਢ ਲਾਂਗੇ, ਉਹ ਆ ਜਾਏਗੀ ਆਪਣੇ ਕੋਲ ਸੀ, ਸਮॉल ਸੀ। ਠੀਕ ਹੈ ਜੀ, BC ਦੇ ਵਿਚਕਾਰ ਡਿਸਟੈਂਸ ਕੀ ਆ ਜਾਏਗੀ A, ਸਮॉल A ਕਹਿ ਦਾਂਗੇ ਆਪਾਂ, ਕਿਉਂਕਿ ਇਹਦੇ ਸਾਹਮਣੇ ਵਾਲਾ ਹੀ ਨਾਮ ਦਿੰਦੇ ਹੁੰਦੇ ਆ। ਤਾਂ B ਇੱਧਰ ਆ ਜਾਏਗੀ ਆਪਣੇ ਕੋਲ ਸਮॉल B ਡਿਸਟੈਂਸ, ਇਹਨਾਂ ਦੀ ਡਿਸਟੈਂਸ ਆਪਾਂ ਇਦਾਂ ਡਿਸਟੈਂਸ ਕੱਢ ਲਾਂਗੇ ਤਿੰਨੋਂ ਸਾਈਡਸ ਦੀ। ਜੋ ਡਿਸਟੈਂਸ ਨਿਕਲ ਗਈ ਤਾਂ ਉਸ ਤੋਂ ਬਾਅਦ ਇਨ ਸੈਂਟਰ ਦਾ ਫਾਰਮੂਲਾ ਕੀ
वैसे थोड़ा लेंथी होंगे इंसेंटर फाइंड करना, वैसे है कुछ भी नहीं ये। उधर अपने को फॉर्मूला बन जाएगा AX1 प्लस BX2 प्लस CX3 डिवाइड बाय में 3 नहीं करना हम करांगे आप A प्लस B प्लस C। ठीक है जी। तो इधरों फिर AY1 प्लस BY2 प्लस CY3 डिवाइड बाय कर देंगे A प्लस B प्लस C। ये होंगे जी अपने को इनसेंटर का फॉर्म। ठीक है जी, इनू बोलिया जाता है इनसेंटर। ओके, फिर आप गल करते हैं अगे ट्रिक फॉर ऑर्थो सेंटर एंड सर्कम सेंटर। ऑर्थो सेंटर ਨੂੰ फाइंड करने का की मैथड होता है, अगर अपने को ट्रायंगल बनती हो राइट एंगल ट्रायंगल, अपने को राइट एंगल ट्रायंगल है ABC। अगर ऑर्थो सेंटर फाइंड करना है आप राइट एंगल ट्रायंगल का, तो ऑर्थो सेंटर पता की होएगा जिथे राइट एंगल बनती होए। देखो आ क्वेश्चन है ना जिहड़ा आपां नूं जिहड़ा कितनी तरीक नूं, हाँ 12 जुलाई 2021 ਨੂੰ ਲੈਕਚਰਰ कैडर का पेपर होया ना जिहदा, ਉਹਦੇ ਵਿੱਚ ਇਹ ਆਪਾਂ ਨੂੰ ਕੁਐਸਚਨ ਆਇਆ ਸੀ ਕਿ ਔਰਥੋ ਸੈਂਟਰ ਕਿੱਥੇ ਬਣਦਾ ਹੈ। ਔਰਥੋ ਸੈਂਟਰ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਕਿੱਥੇ ਬਣਦਾ ਹੈ, ਤਾਂ ਔਰਥੋ ਸੈਂਟਰ ਉੱਥੇ ਹੀ ਬਣੇਗਾ ਜਿੱਥੇ ਉਹ ਟ੍ਰਾਇੰਗਲ ਰਾਈਟ ਐਂਗਲ ਬਣਦੀ ਹੋਏਗੀ। आई थिंक ਇਹਦਾ ਇਹ ਆਨਸਰ ਆਉਂਦਾ ਸੀਗਾ, ਉਹਨਾਂ ਨੇ ਕਿਹਾ ਸੀ ਵੀ A ਤੇ ਰਾਈਟ ਬਣਦਾ ਹੈ, A ਤੇ ਰਾਈਟ ਐਂਗਲ ਬਣਦਾ, ਤਾਂ ਉਹਦਾ ਆਨਸਰ ਇਹ ਆ ਰਿਹਾ ਸੀ ਆਪਣੇ ਕੋਲ। ਤਾਂ ਉਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਔਰਥੋ ਸੈਂਟਰ ਹੈ ਉਹ ਉੱਥੇ ਹੀ ਬਣੇਗਾ ਜਿੱਥੇ ਆਪਣੇ ਕੋਲ ਕੀ ਬਣਦੀ ਹੋਏਗੀ ਰਾਈਟ ਐਂਗਲ ट्रायंगल बनती है। राइट एंगल ट्रायंगल आप इदा ऑर्थो सेंटर फाइंड कर सकते हैं। अगर अपने को कोई ट्रायंगल राइट एंगल बन रही है तो जिथे राइट एंगल बन रही है जिथे 90 डिग्री का एंगल होएगा उस ही पॉइंट में आप की बोलांगे ऑर्थो सेंटर बोलांगे। जाने कि आप गल करिए तो इस जी ट्रायंगल का ऑर्थो सेंटर की हो जाएगा, इस ट्रायंगल का ऑर्थो सेंटर B हो जाएगा। ठीक है जी, ये वेरी वेरी इंपॉर्टेंट क्वेश्चन है, सीधा ही डायरेक्ट पूछा गया सी कि ऑर्थो सेंटर कितने बनेगा अगर कोई ट्रायंगल राइट एंगल है और राइट एंगल कितने बन रहा है ए पे बन रहा है, तो आंसर ये सी इत्थे अपने को की आ जाएगा बी। ठीक है जी, फिर आप अगर गल करिए अपने को केड़ी ट्रायंगल है इक्विलैटरल ट्रायंगल। अगर अपने को इक्विलैटरल ट्रायंगल है, इक्विलैटरल ट्रायंगल केड़ी हुंदी है जिहदियां तीनों साइड की होण इक्वल होण, तीनों साइड की होण इक्वल होण उहनूं आपां बोलदे हां इक्विलैटरल ट्रायंगल। ठीक है जी, तो इक्विलैटरल ट्रायंगल दे विच ऑर्थो सेंटर, ऑर्थो सेंटर, इन सेंटर, सर्कम सेंटर। ठीक है जी, ते सेंट्रोइड, ये चारों चीज़ां इक्वल होंदियां ने किहदे विच इक्विलैटरल ट्रायंगल दे विच। इक्विलैटरल ट्रायंगल तो फिर आपां नूं की है, अगर इक्विलैटरल ट्रायंगल दा आपां कुछ भी फाइंड करना है ऑर्थो सेंटर इन सेंटर सर्कम सेंटर, तो आपां ओहदा सिंपली की फाइंड करांगे सेंट्रोइड फाइंड कर लांगे, क्योंकि सेंट्रोइड फाइंड करना की है ईजी है। अगर आपां सेंट्रोइड फाइंड कर लिया x1 प्लस x2 प्लस x3 डिवाइड बाय 3 y1 प्लस y2 प्लस y3 डिवाइड बाय 3, तो आपां फिर ओहदा कुछ भी दस सकते हैं ऑर्थो इन सेंटर सर्कम सेंटर। अगर इक्विलैटरल ट्रायंगल अपने को सारी जी ऑर्थो इन सेंटर सर्कम सेंटर इक्वल होंगे। अगर अपने को राइट एंगल ट्रायंगल है तो जी राइट एंगल ट्रायंगल बनती होएगी वो अपने को की होएगा ऑर्थो सेंटर होएगा। इदां दे अपने को छोटे छोटे क्वेश्चन जिहड़े आउंदे ने एग्जाम दे। चलो जी हुण मूव करते हैं आपां अपने MCQs ਵੱਲ। ठीक है, अज आपां इन्ना ही कंसैप्ट कीता, हुण आपां इन्हां दे बेस ते कुछ MCQs देख लईए, फिर कल आपां इहदा होर ਜਿਹੜਾ ਆਪਣੇ ਕੋਲ ਇਮੇਜ ਪੁਆਇੰਟ ਫੁੱਟ ਆਫ ਪਰਪੈਂਡੀਕੂਲਰ। ਠੀਕ ਹੈ ਜੀ, ਜਿਹੜੇ ਹੋਰ ਕਨਸੈਪਟ ਰਹਿ ਜਾਣਗੇ ਏਰੀਆ ਆਫ ਪੈਰਲੋਗ੍ਰਾਮ। ਠੀਕ ਹੈ, ਜਿੰਨੇ ਵੀ ਹੋਰ ਕਨਸੈਪਟ ਕੱਲ ਰਹਿ ਜਾਣਗੇ ਉਹ ਆਪਾਂ ਕੱਲ ਕੰਪਲੀਟ ਕਰ ਲਵਾਂਗੇ। ਹੁਣ ਆਪਾਂ ਇਹਨਾਂ ਦੇ ਬੇਸ ਤੇ MCQs ਕਰਦੇ ਹਾਂ ਜਿੰਨੇ ਵੀ ਆਪਾਂ ਕਨਸੈਪਟ ਕੀਤੇ ਨੇ। ਤਾਂ ਦੇਖੋ क्वेश्चन नंबर 16 तक ਆਪਾਂ ਕਰ ਚੁੱਕੇ ਸੀ। क्वेश्चन नंबर 17 देखो, द डिस्टेंस ऑफ 2 3 फ्रॉम x plus y is equal to 1। ਤਾਂ ਸਭ ਤੋਂ ਪਹਿਲਾਂ ਇੱਕ ਲਾਈਨ ਦੇ ਰੱਖੀ ਆਪਾਂ ਨੂੰ, ਆ ਲਾਈਨ ਕਿਹੜੀ ਹੈ x plus y। ਸੈੱਟ ਕਰ ਦਿਓ ਇਸ ਲਾਈਨ ਨੂੰ -1 ਇੱਧਰ ਲੈ ਜਾਓ 0 ਇਕੁਅਲ ਆ ਲਾਈਨ ਆ। ਇੱਥੇ ਕੋਈ ਪੁਆਇੰਟ ਆ 2 3, ਤਾਂ ਇਸ ਲਾਈਨ ਇਸ ਪੁਆਇੰਟ ਤੋਂ ਇਸ ਲਾਈਨ ਦੀ ਡਿਸਟੈਂਸ ਫਾइंड करनी है, क्या डिस्टेंस ਆਪਾਂ फाइंड करनी है।
ਕਿਵੇਂ ਫਾਈਂਡ ਕਰਾਂਗੇ? ਆਪਾਂ ਦੇਖਿਆ ਸੀ ਕਿ ਅਗਰ ਆਪਣੇ ਕੋਲ ਲਾਈਨ ਹੋਵੇ ax plus by plus c is equal to 0 ਔਰ ਪੁਆਇੰਟ ਹੋਵੇ x1 y1 ਤਾਂ ਡਿਸਟੈਂਸ ਆਪਾਂ ਕਿਵੇਂ ਫਾਈਂਡ ਕਰਦੇ ਸੀ? ax1 plus by1 plus c ਦਾ ਮੋਡ ਡਿਵਾਈਡ ਬਾਈ ਮੇ a ਸਕੁਅਰ plus b ਸਕੁਅਰ। ਉਹੀ ਹੈ, ਲਗਾ ਦਿਓ ਜੀ ਇੱਥੇ। ਤਾਂ ਆ ਲਾਈਨ x ਦੀ ਜਗ੍ਹਾ ਕਿੰਨਾ ਆ ਜਾਏਗਾ 2 plus y ਦੀ ਜਗ੍ਹਾ 3 minus 1, ਇਹਦਾ ਮੋਡ ਲੈ ਲਾਂਗੇ ਔਰ ਨੀਚੇ a ਸਕੁਅਰ यानी कि 1 ਦਾ ਸਕੁਅਰ 1 प्लस ਇਹਦੇ ਕੋਐਫੀਸ਼ੀਐਂਟ ਦਾ ਸਕੁਅਰ 1 ਤਾਂ ਇਹ ਆਪਣੇ ਕੋਲ ਕੀ ਹੋ ਜਾਏਗਾ? ਉੱਪਰ ਹੋ ਗਿਆ 236 minus 5, नीचे हो गया जी √2 5 अपॉन √2 सॉरी 5 नहीं बन गया ना 2 3 5 minus 1 4 अपॉन √2 है क्या जी ऑप्शन? हाँ सी ऑप्शन 4 √2 ठीक है जी। इदा आप डिस्टेंस फाइंड कर सकते हैं किसी भी पॉइंट तो किसी भी लाइन। क्लीयर होगी गल? क्लीयर? हाँ जी, अगर क्लीयर है तो फिर दसो आप अगे चलते हैं। ਤੁਸੀਂ ਇਹਦਾ ਆਨਸਰ ਟਾਈਪ ਕਰ ਸਕਦੇ ਹੋ। ਤੁਹਾਨੂੰ ਕਿਸੇ ਵੀ ਕੁਐਸਚਨ ਦਾ ਆਨਸਰ ਆਉਂਦਾ ਹੈ ਤਾਂ ਟਾਈਪ ਜ਼ਰੂਰ ਕਰਿਆ ਕਰੋ। ਜਲਦੀ ਜਲਦੀ ਤੁਸੀਂ ਵੀ ਨਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਨਾ ਇਸ ਕੁਐਸਚਨ ਨੂੰ, ਕਿ ਤੁਹਾਡੀ ਵੀ ਕਨਸੈਪਟ ਕਲੈਰਿਟੀ ਆ ਜੋ ਵਧੀਆ ਬਣ ਸਕੇ। ਤੁਸੀਂ ਕਾਪੀ ਪੈਨ ਲੈ ਕੇ ਬੈਠਿਆ ਕਰੋ, ਨਾਲ ਕੁਐਸਚਨ ਕਰਿਆ ਕਰੋ। ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮੇਰੇ ਤੋਂ ਪਹਿਲਾਂ ਕੁਐਸਚਨ ਸੋਲਵ ਕਰ ਸਕੋ ਤੇ ਉਹਦਾ ਆਨਸਰ ਫਟਾਫਟ ਕਮੈਂਟ ਬਾਕਸ ਦੇ ਵਿੱਚ ਆਪਣੀ ਚੈਟ ਦੇ ਵਿੱਚ ਟਾਈਪ ਕਰ ਸਕੋ, ਤਾਂ ਤੁਹਾਡੀ ਕਨਸੈਪਟ ਕਲੈਰਿਟੀ ਹੋਰ ਵੀ ਜ਼ਿਆਦਾ ਵਧੀਆ ਹੋਏਗੀ ਅਗਰ ਤੁਸੀਂ ਇਦਾਂ ਕਰੋਗੇ। क्वेश्चन नंबर 18, dash is the slope of gradient of a line if q is the inclination of line from the x-axis। देखो q कोई inclination है यानी कि थीटा की अपने को q x-axis ਦੇ ਨਾਲ ਆਪਣੇ ਕੋਲ ਇੱਥੇ ਕੀ ਬਣਦਾ ਹੈ थीटा q ਬਣਦਾ ਹੈ, inclination ਹੈ ਇਹ। ਠੀਕ ਹੈ ਜੀ, ਇੱਕ ਕੋਈ ਲਾਈਨ ਹੈ, ਸੌਰੀ ਇੱਥੇ ਇਦਾਂ ਨਹੀਂ ਹੋਏਗਾ ਇਹ। ਆਹ ਕੋਈ ਲਾਈਨ ਆ क्यू एंगल बना रही है एक्स एक्सिस नाल, तो आप स्लोप दसना है। तो स्लोप अपन पता ही है कि होंगे एम इज इक्वल टू टैन थीटा, ये होंगे स्लोप। तो इतने अपने को थीटा की है क्यू, तो स्लोप हो जाएगी अपने को एम टैन क्यू, तो आंसर आ जाएगा टैन क्यू। आप स्लोप दसनी सी किसी लाइन की एक्स एक्सिस नाल कितना इंक्लाइनेशन बना रही है, क्यू बना रही है, तो एम इज इक्वल टू टैन क्यू हो जाएगा, तो आंसर आ जाएगा अपना टैन क्यू। क्वेश्चन नंबर 90, the coordinate dash is at 5 unit distance from the x-axis। सब तो पहला तो ਆਪਾਂ ग्राफ बनाना पड़ेगा, ਉਹਦੇ ਵਿੱਚ ਜੋ ਜੋ ਦਿੱਤਾ ਉਹ ਆਪਾਂ ਬਰੀਕੀ ਨਾਲ ਪੜ੍ਹਦੇ ਜਾਵਾਂਗੇ। ਦੇਖੋ the coordinate is at 5 unit distance from the x-axis। x-axis ਆਪਣੀ ਆਹ ਵਾਲੀ ਹੈ ਕਿ ਜਾਂ ਪੂਰੀ x-axis ਹੈ, ਇਸ ਤੋਂ 5 डिस्टेंस की दूरी ते कोई अपने को पॉइंट है डिस्टेंस फ्रॉम द एक्स एक्सिस मेजर अलोंग द नेगेटिव वाई एक्सिस। हम नेगेटिव वाई एक्सिस के अलोंग मेजर करना है तो अपने को नेगेटिव वाई है, इधर की होंगे अपने को नेगेटिव वाई आ पॉजिटिव एक्स। ठीक है जी, तो ए अलोंग मेजर करना है इधर। ठीक है जी, नेगेटिव वाई एक्सिस एंड हैज जीरो डिस्टेंस फ्रॉम द वाई एक्सिस। वाई एक्स तो ਉਹਦੀ डिस्टेंस कितनी है जीरो, मतलब वो पॉइंट किते ना किते किथे पे है वाई एक्सिस ਦੇ ਉੱਪਰ ਹੀ ਪਿਆ नेगेटिव वाली साइड। ਤਾਂ ਇੱਥੇ ਹੋਏਗਾ ਕਿਤੇ, ਇੱਥੇ ਆਪਣੇ ਕੋਲ ਕੀ ਹੋਏਗਾ -5 ਪੁਆਇੰਟ ਹੋਏਗਾ ਕਿਤੇ y ਦਾ, ਇੱਥੇ -4 -3 -2 -1, ਤਾਂ ਇੱਥੇ ਕਿਤੇ ਉਹ ਪੁਆਇੰਟ ਹੈ। ਇੱਥੋਂ ਡਿਸਟੈਂਸ ਆਪਾਂ ਦੱਸਣੀ ਹੈ ਤੇ ਕਿੰਨੀ ਆ ਜਾਏਗੀ। ਦੇਖੋ y ਇੱਥੇ ਕਿੰਨਾ ਆ ਰਿਹਾ -5, x ਇੱਥੇ ਕਿੰਨਾ 0, ਤਾਂ 0 -5 ਹੋ ਜਾਏਗਾ। ਹਾਂ ਆਪਸ਼ਨ ਨੰਬਰ ए ਆਪਣੇ ਕੋਲ ਆ। ਇਦਾਂ ਦੇ ਕਨਸੈਪਟ, ਇਦਾਂ ਦੀਆਂ ਇਕੁਏਸ਼ਨਸ ਆਪਾਂ ਨੂੰ ਸਮਝਣੀਆਂ ਪੈਂਦੀਆਂ। ਦੇਖੋ ਦੇਖਣ ਦੇ ਵਿੱਚ ਕਿੰਨੀ ਵੱਡੀ ਸਟੇਟਮੈਂਟ ਲੱਗ ਰਹੀ ਹੈ ਆਪਾਂ ਨੂੰ ਕਿ ਪਤਾ ਨਹੀਂ ਕੀ ਪੁੱਛ ਲਿਆ ਹੋਵੇ, ਬਟ ਹੈ ਕੁਝ ਵੀ ਨਹੀਂ। ਤਾਂ ਆਪਾਂ ਨੂੰ ਕਨਸੈਪਟ ਕਲੈਰਿਟੀ ਜ਼ਿਆਦਾ ਵਧੀਆ ਬਣਾਉਣੀ ਪਏਗੀ। ਆਪਾਂ ਨੂੰ ਸਟੇਟਮੈਂਟ ਸਮਝਣ ਦਾ ਬਲ ਆਉਣਾ ਚਾਹੀਦਾ ਹੈ ਕਿ ਆਪਾਂ ਅਗਰ ਸਟੇਟਮੈਂਟ ਸਮਝ ਲਈ ਤਾਂ ਕੁਐਸਚਨ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਤਾਂ ਇਹਦੇ ਵਿੱਚ ਸਿਰਫ ਆਪਾਂ ਨੂੰ ਪੁੱਛਿਆ ਗਿਆ ਸੀ ਕਿ ਕਿਹੜੇ ਕੋਆਰਡੀਨੇਟ ਬਣਨਗੇ ਅਗਰ ਕੋਈ ਪੁਆਇੰਟ यानी कि कितनी डिस्टेंस ते है 5 डिस्टेंस ते है एक्स एक्सिस तो ते है किहदे पासे नेगेटिव वाई वाले पासे ते वाई तो डिस्टेंस कितनी है 0। अगर मान लो वो वाई तो डिस्टेंस कह देंगे 1 है, वाई तो डिस्टेंस कह देंगे 1 है, फिर वो पॉइंट कित्थे आना सी इत्थे कित्ते आना सी, तो वाई तो कितनी डिस्टेंस हो जानी सी सॉरी एक्स तो कितनी हो जानी सी 1 ते वाई तो कितनी सी -5। फिर आप इदां फाइंड करना सी। ठीक है जी, फिर आंसर आ जाना सी 1 -5। क्वेश्चन नंबर 20,
two lines are perpendicular, which of the following is true? दो lines ने perpendicular ने 3x plus 4y is equal to 8, lx plus my is equal to 1। देखते हैं जी ਇਹਦਾ आंसर कौन देगा। सब तो पहला जिसने ਇਸ ਦਾ ਆਨਸਰ ਦੇ ਦਿੱਤਾ ਇਹਦਾ ਮਤਲਬ ਉਹਨੂੰ ਪਰਪੈਂਡੀਕੂਲਰ ਵਾਲਾ ਕਨਸੈਪਟ ਬਿਲਕੁਲ ਕਲੀਅਰ ਹੋ ਗਿਆ। ਦੇਖਦੇ ਹਾਂ ਸਭ ਤੋਂ ਪਹਿਲਾਂ ਕਿਹੜਾ ਆਨਸਰ ਦਿੰਦਾ ਹੈ। ਦੇਖੋ ਇਹਦਾ ਸਲੋਪ ਕੱਢ ਲਓ, ਇਹਦਾ ਸਲੋਪ ਆਏਗਾ ਨੈਗੇਟਿਵ ਆਫ ਕੋਫੀਸ਼ੀਐਂਟ ਆਫ x अपॉन कोफिशिएंट ऑफ y। इस लाइन का स्लोप कर लो m2, ये आएगा नैगेटिव ऑफ कोफिशिएंट ऑफ x l कोफिशिएंट ऑफ y m। ਹੁਣ ਆਪਾਂ ਨੂੰ ਪਤਾ ਹੈ ਅਗਰ ਦੋ ਲਾਈਨਾਂ ਪਰਪੈਂਡੀਕੂਲਰ ਹੋਣ ਤਾਂ ਉਹਨਾਂ ਦੀ ਸਲੋਪ ਦੀ ਪ੍ਰੋਡਕਟ ਕਿੰਨੀ ਹੁੰਦੀ ਹੈ ਆਪਣੇ ਕੋਲ -1। ਤਾਂ ਪੁੱਟ ਕਰ ਦੋ -3y4 -lym is equal to -1। ਤਾਂ ਇੱਕ ਮਾਈਨਸ ਆ ਤਾਂ ਪਲੱਸ ਹੋ ਗਿਆ, ਇਹ ਹੋ ਗਿਆ 3l अपॉन 4m is equal to -1। ਤਾਂ 3l is equal to -4m ਤੇ ਆਪਣੇ ਕੋਲ ਆ ਗਿਆ 3l plus 4m is equal to 0। ਕਿਹੜਾ ਆਪਸ਼ਨ ਹੈ 3l plus ਡੀ ਆਪਸ਼ਨ 3l plus 4m is equal to 0। ਦੇਖਣ ਦੇ ਵਿੱਚ ਆਪਾਂ ਨੂੰ ਕੁਐਸਚਨ ਟਫ ਲੱਗਦਾ ਹੋਏਗਾ, ਬਟ ਅਗਰ ਆਪਾਂ ਨੂੰ ਕਨਸੈਪਟ ਆਉਂਦਾ ਹੈ परपेंडिकुलर वाला कि आ कंडीशन होती है तो आप मिनट च सॉल्व करदा। क्वेश्चन नंबर 21 द locus of point whose abscissa and ordinate are always equal is। locus दसना locus ਹੁੰਦਾ कि ਉਹ ਕਿੱਥੇ point ਹੈ ਜਿਹੜਾ ਮੀਟ ਕਰਦੇ ਨੇ ਕਿ ਜਿਹੜੇ point ਉਹਨੂੰ ਸੈਟੀਸਫਾਈ ਕਰਦੇ ਨੇ। ਹੁਣ ਦੇਖੋ abscissa ਤੇ ordinate equal ਨੇ। abscissa ਕੀ ਹੁੰਦਾ ਆਪਣੇ ਕੋਲ x, ordinate ਕੀ ਹੁੰਦਾ y, ਇਹ ਦੋਨੋਂ ਇਕੁਅਲ ਨੇ ਤਾਂ ਇਹਨਾਂ ਦੀ ਇਕੁਏਸ਼ਨ ਕੀ ਬਣ ਜਾਏਗੀ x minus y is equal to 0। ਇਹ ਆ ਜਾਏਗੀ ਇਕੁਏਸ਼ਨ ਆਫ locus। ਇਹ locus ਆ ਗਿਆ ਜੀ ਆਪਣਾ x minus y is equal to option number B। question number 22 the equation of straight line passing through the point 1 2 point ਆਪਣੇ ਕੋਲ ਇੱਕ 1 2 and parallel to the line। the equation of line ਆਪਾਂ ਦੱਸਣੀ ਹੈ ਲਾਈਨ ਉਹ ਪਾਸਿੰਗ ਕਰ ਰਹੀ ਹੈ 1 2 ਚੋਂ ਐਂਡ ਪੈਰਲਲ ਹੈ ਇਸ ਲਾਈਨ ਦੇ ਕਿਹੜੀ ਲਾਈਨ ਦੇ y is equal to 3x plus 1। ਦੇਖਦੇ ਹਾਂ ਕੌਣ ਕਰਦਾ ਹੈ ਇਸ ਨੂੰ, ਕਿਹੜਾ ਸਟੂਡੈਂਟ ਆ ਜਿਹੜਾ ਇਹਦਾ ਆਨਸਰ ਜਲਦੀ ਰਿਪਲਾਈ ਕਰਦਾ ਹੈ ਇਸ ਕੁਐਸਚਨ ਦਾ। ਤਾਂ ਦੇਖੋ ਇਹਦਾ ਆਪਾਂ ਸਲੋਪ ਫਾਈਂਡ ਕਰ ਲਈਏ। ਸਲੋਪ ਇਸ ਇਕੁਏਸ਼ਨ ਦਾ ਆਪਾਂ ਨੂੰ ਪਤਾ ਹੈ ਪੈਰਲਲ ਦੇ ਲਾਈਨ ਫਾਈਂਡ ਕਰਦੇ ਆ ਤਾਂ ਉਹ ਜਿਹੜੀ ਇਕੁਏਸ਼ਨ ਹੈ ਆਪਣੀ ਡਿਫਰ ਹੋਏਗੀ ਸਿਰਫ ਓਨਲੀ ਕਨਸਟੈਂਟ ਨਾਲ। ਇਹਨਾਂ ਤਾਂ ਆਪਾਂ ਨੂੰ ਪਤਾ ਹੈ वो जी इक्वेशन है सिर्फ कॉन्स्टेंट का डिफर होगी। तो देखो जी स्लोप फाइंड कर लो, स्लोप आ जाएगा m, अपने को स्लोप फाइंड करना किसी का होता है y इक्वल टू mx प्लस c। तो कंपेयर कर लो m कितना आ गया 3। तो हम आप क्वेश्चन फाइंड कर सकते हैं कि होंगे y माइनस y1 इज इक्वल टू m x माइनस x1। आई होंगी अपने को इक्वेशन ऑफ लाइन। तो y1 कितना 2, m कितना आ गया 3, x माइनस x-1 कितना 1। तो देखो सीधा सीधा आंसर पे है अपने को आ वाला। ठीक है जी y माइनस 2 3x माइनस 1 क्लियर। अगर आप सोल्व भी करिए देखो y माइनस 2 इज इक्वल टू 3x माइनस 3 तो एक ही हो जाएगी अपने को y इज इक्वल टू 3x माइनस 1। देखो सिर्फ कांस्टेंट का डिफर आ रहा है y इज इक्वल टू 3x प्लस 1 है, अब y इज इक्वल टू 3x माइनस 1 है, सिर्फ कांस्टेंट का डिफर आएगा और कोई भी डिफरेंस नहीं है। क्वेश्चन नंबर 23 व्हाट कैन बी सेड इफ रिगार्डिंग इफ ए लाइन इफ इट्स स्लोप इज नेगेटिव। अगर किसी लाइन का स्लोप की हो जाए नेगेटिव हो जाए, स्लोप की हो जाए नेगेटिव हो जाए तो उदो थीटा किहड़ा होएगा अपने कोल थीटा ऑब्ट्यूज हो जाएगा। अगर स्लोप नेगेटिव आएगी तो थीटा किहड़ा एंगल हो जाएगा अपने कोल ऑब्ट्यूज एंगल हो जाएगा। ठीक है अगर स्लोप अपने को पॉजिटिव आएगी तो थीटा की होएगा एक्यूट एंगल, अगर स्लोप नेगेटिव आएगी तो थीटा की हो जाएगा ऑब्ट्यूज एंगल हो जाएगा। तो सीधा सीधा आंसर याद रख सकते हैं अपन का ਇਹਦਾ ऑप्शन आ गया बी। Question number 24 the equation of the line which cuts off equal and positive intercept from the axis and passes through the point alpha beta is। सब तो पहला equation of intercept की होती है x y a plus y y b is equal to 1।
ਆ ਹੁੰਦੇ ਜੀ ਆਪਣੇ ਕੋਲ ਇਕੁਏਸ਼ਨ ਆਫ ਇੰਟਰਸੈਪਟ। ਹੁਣ ਉਹਨੇ ਆਪਾਂ ਨੂੰ ਇੰਟਰਸੈਪਟ ਕੀ ਦੇ ਰੱਖੇ ਨੇ, ਇਕੁਅਲ ਦੇ ਰੱਖੇ ਨੇ, ਤਾਂ ਆਪਾਂ ਦਾ ਮਤਲਬ ਕੀ ਹੈ, a is equal to b, ਇੰਟਰਸੈਪਟ ਇਕੁਅਲ ਨੇ ਤਾਂ ਪੁੱਟ ਕਰ ਦੋ x y a plus y y a is equal to 1। ਤਾਂ ਇੱਥੋਂ ਆਪਣੇ ਕੋਲ ਕੀ ਆ ਗਿਆ, x plus y is equal to a ਆ ਗਿਆ। ਹੁਣ ਇਹ ਜਿਹੜੇ ਇਕੁਏਸ਼ਨ ਹੈ ਇਹਦੇ ਵਿੱਚੋਂ ਕਿਹੜੇ ਪੁਆਇੰਟ ਪਾਸ ਕਰ ਰਹੇ ਨੇ, ਪਾਸ ਥਰੂ ਪੁਆਇੰਟ ਅਲਫਾ ਬੀਟਾ। ਅਲਫਾ ਬੀਟਾ ਚੋਂ ਇਹ ਇਕੁਏਸ਼ਨ ਕਿਹੜੀ ਹੈ, ਪਾਸ ਕਰ ਰਹੀ ਹੈ, ਤਾਂ ਮਤਲਬ ਇਹ ਸੈਟੀਸਫਾਈ ਕਰਨਗੇ ਇਹਨੂੰ। ਇੱਥੇ ਆ ਜਾਏਗਾ ਅਲਫਾ प्लस बीटा इज इक्वल टू ए, तो ए की वैल्यू की आ गई अपने को अल्फा बीटा, वो पुट कर दो दोबारा x प्लस वाई इज इक्वल टू की आ गया अल्फा प्लस बीटा, अपने को इक्वेशन ऑप्शन नंबर ए। ठीक है, इदा आप फाइंड कर सकते हैं इक्वेशन ऑफ लाइन cuts off equal and positive intercept from the axis and pass through the point alpha बीटा। आ वाली इक्वेशन अपने को बन गई। क्वेश्चन नंबर 25, टू लाइन, दो लाइन्स ने किहड़ियां किहड़ियां, a1x प्लस b1y प्लस c1 इज इक्वल टू 0, a2x प्लस b2y प्लस c2 इक्वल टू 0 आर कोइंसिडेंट। कोइंसिडेंट कदों होणगियां ਜਾਂ ਕੌਨਕਰੈਂਟ ਕਦੋਂ ਹੋਣਗੀਆਂ, ਇਹ ਆਪਾਂ ਕਰੀ ਸੀ ਜੀ ਗੱਲ, ਕੌਨਕਰੈਂਸੀ ਦੀ ਕੰਡੀਸ਼ਨ ਆਪਾਂ ਕਰੀ ਸੀ, ਤਾਂ ਕਦੋਂ ਹੋਣਗੀਆਂ, ਇਹ ਹੋਣਗੀਆਂ a1 अपॉन a2 b1 अपॉन b2 c1 अपॉन c2 की हो जाना इक्वल हो जा, उदों आपां की बोलांगे ये कॉनकरेंट ने या फिर कोइंसिडेंट ने। ठीक है, अगर अपने को हो जाए a1 अपॉन a2 b1 अपॉन b2 नॉट इक्वल टू c1 अपॉन c2, फिर की हो जाएंगे पैरेलल। ठीक है जी, फिर हो जाएंगे पैरेलल। क्वेश्चन नंबर 26, द स्लोप ऑफ द लाइन, स्लोप दसना है इस लाइन का, ये तो आंदा ही होना सब ने, कल तो आप यही करने लगे पे हैं। स्लोप की होंगे किसी भी लाइन का, तो स्लोप होंगे जी नैगेटिव ऑफ कोफिशिएंट ऑफ एक्स ए कोफिशिएंट ऑफ वाई कि बी माइनस ए वाई बी, ऑप्शन नंबर इंपोर्टेंट है। अगर आपको इत्थे पूछा जाता स्लोप ऑफ नॉर्मल, स्लोप ऑफ नॉर्मल पूछा जाता, फिर अपना की आंसर आना सी, स्लोप ऑफ नॉर्मल की होंगे -1 अपॉन टेंजेंट, स्लोप ऑफ टेंजेंट तो -1 आ गया माइनस ए अपॉन बी, माइनस ना माइनस कैंसिल बी अपॉन ए, या तुम कह सकते हो नैगेटिव करके उल्टा। ठीक है जी, नैगेटिव करके उल्टा भी बोल सकते हो, -1 अपॉन स्लोप ऑफ टेंजेंट भी बोल सकते हो, वो हो गया स्लोप ऑफ नॉर्मल। अगर सीधी स्लोप पूछी जाए तो आ बात। क्वेश्चन नंबर 27, इक्वेशन ऑफ द लाइन पासिंग थ्रू 0 0 एंड स्लोप m, 0 0 जो पास कर रही है, स्लोप कितना है m है। अब इक्वेशन ऑफ लाइन दसनी है, वेरी इजी, y माइनस 0 यानी कि y1 0 m x माइनस x1 कितना 0, तो y इज इक्वल टू कितना आ गया mx आ गया, ऑप्शन नंबर सी। ठीक है जी। क्वेश्चन नंबर 28, व्हाट कैन वी सेड रिगार्डिंग इफ ए लाइन इफ इट्स स्लोप इज 0। देखो इतने आप दो गल्लां करांगे जो बहुत ही ज्यादा इंपोर्टेंट है, दो गल्लां ध्यान नाल सुन लियो, एक्स वाई उन्ना एक्सिस की आपां नूं जरूरत पैनी है। अगर अपने को स्लोप होवे 0, यानी कि एक्स एक्सिस के उत्ते अगर स्लोप की गल करी जाए तो स्लोप होंदी है 0 पैरेलल टू एक्स एक्सिस या एक्स एक्सिस, एक्स एक्सिस या पैरेलल टू एक्स एक्सिस ऊपर स्लोप कितनी होंदी है 0। अगर स्लोप पूछी जाए आपां नूं वाई एक्सिस दे पैरेलल या वाई एक्सिस ऊपर तो स्लोप होएगी इनफिनिटी। एक्स एक्सिस दे पैरेलल स्लोप कितनी होंदी है 0, ते वाई एक्सिस दे पैरेलल या वाई एक्सिस दे स्लोप कितनी होंदी है इनफिनिटी होंदी है। तो हुण आपां नूं पुछिआ है अगर स्लोप 0 है तो की होएगा, थीटा एक्यूट एंगल होएगा, नहीं एक्यूट तो उदों होएगा अगर अपने कोल की होएगा स्लोप पॉजिटिव होएगा। थीटा इज ऑब्ट्यूज एंगल, अगर थीटा ऑब्ट्यूज होएगा तो स्लोप अपने को की होएगी नेगेटिव होएगी। इधर द लाइन इज एक्स एक्सिस, या तो लाइन एक्स एक्सिस होनी चाहिए है या फिर पैरेलल टू एक्स एक्सिस होनी चाहिए है, तो स्लोप की होएगा 0 होएगा। अगर स्लोप इनफिनिटी होएगा तो इत्थे इधर द लाइन इज पैरेलल टू एक्स एक्सिस की जगह पे आ जाएगा वाई एक्सिस और पैरेलल टू वाई एक्सिस, अगर स्लोप की गल करिए इनफिनिटी की। ठीक है जी, ये दोनों गल्लां बहुत ही इंपोर्टेंट है, ये हर बार MCQ बनता है कि अगर स्लोप अपने को 0 है
ਜਾਂ ਆਪਾਂ ਨੂੰ ਪੁੱਛ ਸਕਦੇ ਆ ਕਿ ਸਲੋਪ ਪੈਰਲਲ ਟੂ x ਐਕਸਿਸ ਕਿੰਨੀ ਹੋਏਗੀ, ਤਾਂ ਉਹ 0 ਹੋਏਗੀ। ਸਲੋਪ ਪੈਰਲਲ ਟੂ y ਐਕਸਿਸ ਕਿੰਨੀ ਹੋਏਗੀ, ਇਨਫਿਨਿਟੀ ਹੋਏਗੀ। क्वेश्चन नंबर 29 टू लाइन आर परपेंडिकुलर दो लाइंस ने ਜਿਹੜੀਆਂ ਉਹ परपेंडिकुलर ਨੇ इफ द प्रोडक्ट ऑफ देयर स्लोप ਉਹਨਾਂ ਦੇ प्रोडक्ट ਦੀ स्लोप ਕਿੰਨੀ ਹੋਣੀ ਚਾਹੀਦੀ ਹੈ। ਜਲਦੀ ਨਾਲ ਤੁਸੀਂ ਦੱਸਣਾ ਹੈ ਜੀ। 0 नहीं 1 नहीं -1 ਆਪਾਂ ਕਰਿਆ ਸੀ ਅਗਰ ਦੋ ਲਾਈਨਸ परपेंडिकुलर ਨੇ ਤਾਂ m1 m2 ਦੀ प्रोडक्ट ਕਿੰਨੀ ਆਏਗੀ -1 ਆਏਗੀ। ਉਹਨਾਂ ਦੀ प्रोडक्ट ਕਿੰਨੀ ਹੋਣੀ ਚਾਹੀਦੀ ਹੈ -1। क्वेश्चन नंबर 30 y इंटरसेप्ट ऑफ द लाइन y इंटरसेप्ट दसना इस लाइन का देखो केड़ी लाइन आ 4x - 3y + 15 इज इक्वल टू 0। पहला सैट कर दो लाइन को 4x - 3y इन्हों इधर लै जाओ -15 नाल डिवाइड कर दो 4x अपॉन -15 माइनस 3y अपॉन -15 इज इक्वल टू 1। हम इन्हों सॉल्व कर लो तो आ जाएगा x अपॉन -15 अपॉन 4 माइनस माइनस प्लस हो जाएगा ये आ गया प्लस y अपॉन 15 अपॉन 3 इज इक्वल टू 1। x अपॉन -15 अपॉन 4 प्लस y अपॉन 5 इज इक्वल टू 1। हम देखो आ वाला जिहड़ा हुंदा ये हुंदा x इंटरसेप्ट आ वाला हुंदा y इंटरसेप्ट। ਹੁਣ ਆਪਾਂ ਨੂੰ ਨੇ ਪੁੱਛਿਆ ਕਿਹੜਾ y ਇੰਟਰਸੈਪਟ ਤਾਂ y ਇੰਟਰਸੈਪਟ ਕਿੰਨਾ ਆ ਗਿਆ ਆਪਣੇ ਕੋਲ 5 ਆ ਗਿਆ ਡੀ ਆਪਸ਼ਨ। ਅਗਰ ਇੱਥੇ ਆਪਾਂ ਨੂੰ ਨੇ ਪੁੱਛਿਆ ਹੁੰਦਾ x ਇੰਟਰਸੈਪਟ ਦੇਖੋ ਨਾ ਲਾਲ ਚ ਦਿੱਤਾ ਹੋਇਆ ਇਹ ਆਪਸ਼ਨ ਦਾ x ਇੰਟਰਸੈਪਟ ਹੈ ਬਟ ਇਹ ਆਪਣੇ ਕੋਲ ਕੀ ਆ x ਇੰਟਰਸੈਪਟ -15/4 ਇਹਨੂੰ ਬੋਲਾਂਗੇ x ਇੰਟਰਸੈਪਟ ਤਾਂ ਉਹਨਾਂ ਨੇ y ਪੁੱਛਿਆ ਤਾਂ ਆਪਣਾ ਆਨਸਰ ਆਏਗਾ ਡੀ। क्वेश्चन नंबर 31 फाइंड द इक्वेशन ऑफ लाइन पासिंग थ्रू 0 1 एंड पैरेलल टू। ठीक है इक्वेशन फाइंड करनी है किसी लाइन की देखो आ लाइन इस लाइन दे एक होर लाइन आ पैरेलल ਇਹਦੀ ਇਕੁਏਸ਼ਨ फाइंड करनी है। एक लाइन ਦੀ ਤਾਂ ਆਪਾਂ ਨੂੰ ਪਤਾ ਹੈ दूसरे ਦੀ फाइंड करनी है ਕਿਵੇਂ फाइंड ਕਰਾਂਗੇ the equation of 3x - 2y + 5 एक आ लाइन ਇਹਨੂੰ ਸੈੱਟ ਕਰ ਲਓ ਪਹਿਲਾਂ ਇਹ ਹੋ ਜਾਏਗਾ 2y = 3x + 5 y = कितना आ जाएगा 3y2 x + 5y2 इतना स्लोप कितनी आ जाएगी स्लोप आ जाएगी अपने को 3y2 स्लोप आ गई तो फिर तो ईजी है की होती है y - y1 m x - x1 ते x1 y1 अपने को कितने ने पॉइंट वो है ने 0 1 0 1 तो y - 1 m कितना 3y2 x - 0 मल्टीप्लाई करता है क्रॉस मल्टीप्लाई हो जाएगा 2y - 2 इज इक्वल टू 3x आ जाएगी 3x - 2y + 2 इज इक्वल टू 0 आ गया अपने को स्लोप। देखो आ दोनों सेम है ना इसका मतलब अपना आंसर सही है बिल्कुल क्योंकि अगर लाइन पैरेलल हो तो सिर्फ 3x - 2y इक्वल होंगे ने तो सिर्फ कॉन्स्टेंट का फर्क होंगे इतने 2 आ रहा है इतने 5 आ रहा है। क्लियर जी। क्वेश्चन नंबर 32 फाइंड द इक्वेशन ऑफ लाइन पासिंग थ्रू 3 - 2 इस जो पास कर रही है पॉइंट चों देखिए x1 y1 ये कितने देते हुए ने 3 - 2 एंड परपेंडिकुलर टू द लाइन इस लाइन दे परपेंडिकुलर x - 2y + 3 = 0 हम परपेंडिकुलर लाइन किवें फाइंड करांगे ਤਾਂ सब तो पहले सैट कर लो ये आ जाएगा 2y = x + 3 y की आ जाएगा xy2 + 3y2 ठीक है जी क्लियर। तो हम इतों स्लोप कितनी आ गई वो आ गई 1/2 बट ਆਪਾਂ ਨੂੰ ਕੀ ਚਾਹੀਦੀ ਹੈ परपेंडिकुलर इक्वेशन चाहिए है तो स्लोप ਆਪਾਂ ਨੂੰ ਚਾਹੀਦੀ ਹੋਏਗੀ परपेंडिकुलर ਦੀ ਤਾਂ स्लोप ऑफ परपेंडिकुलर वो कितनी आ जाएगी नेगेटिव ऑफ उल्टा यानी कि -2 आ स्लोप आ गई ਹੁਣ ਤਾਂ ईजी हो गया कम पुट कर दो y - y1 वो कितना -2 इज इक्वल टू स्लोप -2 x - x1 3 हो गया y + 2 - 2x + 6 अगर सॉल्व कर लेंगे हो जाएगा 2x - y ये हो जाएगा -4 ठीक है जी।
ਤਾਂ ਇਹ ਆਪਣੇ ਕੋਲ ਆ ਗਈ ਇਕੁਏਸ਼ਨ ਆਫ ਪਰਪੈਂਡੀਕੂਲਰ। ਤੇ ਆਪਾਂ ਇੱਕ ਗੱਲ ਕਰੀ ਸੀ ਇਹਦੀ ਟ੍ਰਿਕ, ਦੇਖੋ ਇਹਨਾਂ ਨੇ ਕੋਫੀਸ਼ੀਐਂਟ ਕੀ ਕੀਤਾ, ਦੋਨਾਂ ਦੇ ਕੋਫੀਸ਼ੀਐਂਟ ਕੀ ਕਰਤੇ, ਚੇਂਜ ਕਰਤੇ। x ਵਾਲਾ ਇਹਦੇ ਕੋਲ ਚਲ ਗਿਆ ਤੇ ਇਹਦੇ ਕੋਲ ਚਲ ਗਿਆ -2, ਤੇ ਇੱਕ ਇਹਨਾਂ ਨੇ ਕੀ ਕਰਤਾ, ਸਿੰਬਲ ਚੇਂਜ ਕਰਤਾ ਕਿ ਸਾਈਨ ਚੇਂਜ ਕਰਤਾ, ਇੱਥੇ ਮਾਈਨਸ ਕਰ ਦਿੱਤਾ। ਠੀਕ ਹੈ ਜੀ, ਤਾਂ ਇਦਾਂ ਵੀ ਆਪਾਂ ਤਰੀਕੇ ਨਾਲ ਇਹਨੂੰ ਫਾਈਂਡ ਕਰ ਸਕਦੇ। ਬਸ ਓਵਰ ਕਲਾਸ, तो क्लास ਇੰਨੀ ਹੀ ਸੀ ਆਪਣੀ ਅੱਜ ਦੀ। ਠੀਕ ਹੈ, ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਕਲਾਸ ਨੂੰ, ਤੇ ਸ਼ੇਅਰ ਵੀ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਕਲਾਸ ਕਿੱਦਾਂ ਦੀ ਲੱਗੀ। ਕੱਲ ਮਿਲਦੇ ਹਾਂ ਜੀ ਇੱਕ ਨਵੇਂ ਕਨਸੈਪਟ ਨਾਲ ਨਵੀਂ ਕਲਾਸ ਦੇ ਵਿੱਚ। ਠੀਕ ਹੈ ਜੀ, ਕੱਲ ਆਪਾਂ ਕਰਨਾ ਹੈ ਇਮੇਜ ਪੁਆਇੰਟ। ਕੱਲ ਵਾਲਾ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਮੇਜ ਪੁਆਇੰਟ ਤੋਂ ਪਰਪੈਂਡੀਕੂਲਰ, ਉਹ ਸਭ ਆਪਾਂ ਕਰਾਂਗੇ ਕੱਲ। ਤਾਂ ਕੱਲ ਕਲਾਸ ਦੇ ਵਿੱਚ ਜ਼ਰੂਰ ਪ੍ਰੈਜ਼ੈਂਟ ਰਹੋ। ਠੀਕ ਹੈ ਜੀ, ਮਿਲਦੇ हैं कल। टेक केयर, बाय बाय।